शुरुआत होंगी है देखने की भाग के पैसे तो दे ਮੀਟਿੰਗ ਤਾਂ ਅੱਜ ਰੱਖੀ ਹੈ ਜੀ ਇਹਨਾਂ ਨੇ ਕਾਫੀ ਜਹਿਦ ਤੋਂ ਬਾਅਦ ਤਕਰੀਬਨ ਸਾਡੀਆਂ 2 ਰਾਤਾਂ ਤਾਂ ਨਿਕਲ ਗਈਆਂ, ਤੀਜੀ ਸ਼ੁਰੂ ਹੋ ਗਈ ਤੇ ਹਜੇ ਸਾਨੂੰ 1 ਰਾਤ ਤਾਂ ਇੱਥੇ ਐਂ ਕੱਢਣੀ ਪਊਗੀ। ਕਰੋਨਾ ਦਾ ਡਰ ਤਾਂ ਹੈ, ਸਾਡੇ ਵੀ ਬੱਚੇ ਆ ਜਿਹੜੇ ਇੱਥੇ ਮੇਰੇ ਵੀਰ ਬੈਠੇ ਆ, ਸਾਰਿਆਂ ਦਾ ਪਰਿਵਾਰ ਹੈ ਤੇ ਪਰ ਚਲੋ ਨਹੀਂ ਸਮਾਂ ਹੋਣਾ ਇਹਨਾਂ ਕੋਲੇ, ਸਾਡੇ ਕੋਲ ਸਮਾਂ ਬਹੁਤ ਹੈ ਤੇ ਅਸੀਂ ਤਾਂ ਸਾਡੀਆਂ ਤਾਂ ਜ਼ਮੀਨਾਂ ਜਾ ਰਹੀਆਂ ਹੁਣ, ਕਰੋਨਾ ਦਾ ਤਾਂ ਅਸੀਂ ਕੀ ਡਰਾਂਗੇ, ਵੈਸੇ ਵੀ ਮਰਨਾ ਹੀ ਹੈ ਤੇ ਫਿਰ ਜੇ ਇਹਦੇ ਨਾਲ ਮੌਤ ਆਉਂਦੀ ਹੈ ਕੋਈ ਗੱਲ ਨਹੀਂ। ਪਰ ਮੈਨੂੰ ਲੱਗਦਾ ਹੈ ਕਿ ਜੇ ਸਹੀ ਡਿਸੀਜਨ ਹੁੰਦਾ ਤਾਂ ਇਹ ਮੀਟਿੰਗ ਅੱਜ ਹੀ ਰਾਤ ਨੂੰ ਹੋ ਜਾਂਦੀ ਜੇ ਸਾਡਾ ਫਿਕਰ ਹੁੰਦਾ, ਪਰ ਅਸੀਂ ਪੋਜ਼ਿਟਿਵਿਟੀ ਦਿਖਾਵਾਂਗੇ ਕਿਉਂਕਿ ਸਾਡੀਆਂ ਜਿਹੜੀਆਂ ਸਾਡੇ ਫੈਸਲੇ ਇਹਨਾਂ ਦੇ ਹੱਥ 'ਚ ਹੈ ਤੇ ਜੇ ਕੁਝ ਗਲਤ ਹੋ ਜਾਊਗਾ ਜਾਂ ਅਸੀਂ ਹੁਣ ਗਲਤ ਗੱਲ ਕੋਈ ਬੋਲ ਬੈਠਾਂਗੇ ਤਾਂ ਫਿਰ ਬਹੁਤ ਕਿਸਾਨਾਂ ਦਾ ਨੁਕਸਾਨ ਇੱਕ ਕਲਮ ਦੇ ਜ਼ੋਰ ਤੇ ਕਰ ਦੇਣਗੇ ਤੇ ਉਸ ਤੋਂ ਬਾਅਦ ਫਿਰ ਸਾਡੀ ਸੁਣਵਾਈ ਵੀ ਕੋਰਟਾਂ 'ਚ ਹੈ ਤੇ ਬੜੇ ਕਿਸਾਨ ਰੁਲ ਜਾਣਗੇ ਤੇ ਇਸ ਲਈ ਮੈਂ ਅੱਜ ਬਾਹਲਾ ਬੋਲਣਾ ਵੀ ਨਹੀਂ ਚਾਹੁੰਦਾ। ਤੇ ਜੇ ਕਿਤੇ ਜਿਹੜੀ ਸਾਡੀ ਮੀਟਿੰਗ ਹੋਣੀ ਹੈ 30 ਤਰੀਕ ਦੀ ਤੇ ਉਹਦੇ 'ਚ ਕੋਈ ਧੋਖਾਧੜੀ ਹੋਊਗੀ ਫਿਰ ਤਾਂ ਜਿਹੜੀ ਪਹਿਲਾਂ ਅੱਗ ਸੀ ਉਦੋਂ 100 ਗੁਣਾ ਵੱਧ ਕੇ ਮਰੂੰਗਾ। ਤੇ ਇੱਕ ਗੱਲ ਮੈਂ ਤੁਹਾਡੇ ਕੈਮਰੇ ਦੇ ਥਰੂ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਕਿਸੇ ਐਸਡੀਐਮ ਨੇ ਗਲਤੀ ਨਾਲ ਵੀ ਕਿਸੇ ਜ਼ਿਲ੍ਹੇ ਦਾ ਵੀ ਜਾਂ ਕਿਸੇ ਬਲਾਕ ਦਾ ਵੀ ਅਵਾਰਡ ਕਰਤਾ ਫਿਰ ਜਿਹੜੀ ਇਹ ਲੜਾਈ ਆ ਚਰਖੇ ਵਾਲੀ ਛੱਡ ਦਾਂਗੇ ਅਸੀਂ। ਮੈਂ ਪਹਿਲਾਂ ਵੀ ਕਹਿ ਰਿਹਾ ਕਿ ਜਿਹੜੀ ਪਹਿਲਾਂ ਆਜ਼ਾਦੀ ਆਈ ਸੀ ਕੋਈ ਕਹਿੰਦਾ ਚਰਖੇ ਨਾਲ ਆਈ ਸੀ ਤੇ ਕੋਈ ਕਹਿੰਦਾ ਭਗਤ ਸਿੰਘ ਨਾਲ ਆਈ ਸੀਗੀ। ਅਸੀਂ ਜਿਹੜਾ ਇਹ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਜਿੱਥੇ ਸਾਨੂੰ ਚਰਖੇ ਦੀ ਲੋੜ ਪਊ ਚਰਖਾ ਤੇ ਫਿਰ ਜਿੱਥੇ ਸਾਨੂੰ ਦੂਜੀ ਲੜਾਈ ਲੜਨੀ ਪੈਗੀ ਤੇ ਫਿਰ ਅਸੀਂ ਜਿਹੜੀ ਹੈਗੀ ਉਹ ਆਰ ਪਾਰ ਦੀ ਲੜਾਈ ਰੱਖਾਂਗੇ ਕਿਉਂਕਿ ਅਸੀਂ ਜਿਹੜਾ ਹੁਣ ਅਸੀਂ ਕਰੋਨਾ ਤੋਂ ਨਹੀਂ ਡਰਦੇ ਤੇ ਫਿਰ ਅਸੀਂ ਉਹ ਲੜਾਈ ਤੋਂ ਵੀ ਨਹੀਂ ਡਰਨਾ। ਹਰਮੇਸ਼ ਜੀ ਇੱਕ ਗੱਲ ਦੱਸੋ, ਜਿਹੜੀ ਤੁਸੀਂ ਕਹਿ ਰਹੇ ਸੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ, ਸਰਕਾਰ ਇੱਕ ਜ਼ਮੀਨ ਮਾੜੀ ਵੀ ਹੁੰਦੀ ਹੈ ਇੱਕ ਚੰਗੀ ਵੀ ਹੁੰਦੀ ਹੈ, ਕੁਛ ਉਹਦਾ ਵੀ ਫਰਕ ਪਾ ਰਹੀ ਹੈ ਜਾਂ ਲਮਸਮ ਇੱਕੋ ਰੇਟ ਦੇ ਰਹੀ ਹੈ ਸਾਰਿਆਂ ਨੂੰ? ਭਾਜੀ ਮੇਰਾ 75 ਦਾ ਜਨਮ ਹੈ, ਮੈਂ ਤਕਰੀਬਨ ਪੰਜਾਬ ਦੇ ਕੋਨੇ-ਕੋਨੇ 'ਚ ਗਿਆ। ਇਹ ਤਾਂ ਹੋ ਸਕਦਾ ਕਿਤੇ ਪਾਣੀ ਦੀ ਮਾਰ ਹੋਵੇ ਪਰ ਉਹਨਾਂ ਦਾ ਹੱਕ ਸਾਡੇ ਬਰਾਬਰ ਬਣਦਾ। ਜੇ ਅਸੀਂ ਕਹਿ ਦਈਏ ਵੀ ਪਾਣੀ ਦੀ ਮਾਰ ਹੈ ਉਹ ਤਾਂ ਕੁਦਰਤ ਦੀ ਮਾਰ ਹੈ ਨਾ, ਮਾਰੂ ਕਰ ਦਿੰਦੇ ਆਪਾਂ ਜਾਂ ਕੁਛ, ਤੇ ਉਹਦੇ 'ਚ ਜੇ ਆਪਾਂ ਕਹਿ ਦਈਏ ਵੀ ਰੇਟ ਘੱਟ ਜ਼ਮੀਨ 'ਚ ਕੋਈ ਫਰਕ ਨਹੀਂ। ਪਾਣੀ ਨੇ ਨੁਕਸਾਨ ਕਰਤਾ, ਬੜੇ ਸਾਲਾਂ ਤੋਂ ਨੁਕਸਾਨ ਚੱਲਦੇ ਆ ਰਹੇ ਏਰੀਏ ਮੈਂ ਜਿਹੜਾ ਸਾਰਾ ਘੁੰਮਿਆ ਤੇ ਜੇ ਉਹਨਾਂ ਨੂੰ ਹੁਣ ਸਾਡੇ ਬਰਾਬਰ ਹੱਕ ਮਿਲ ਜੂਗਾ ਤਾਂ ਕੀ ਫਰਕ ਪੈਣਾ? ਕੋਈ ਬੜਾ ਫਰਕ ਨਹੀਂ ਪੈਣਾ। ਜਦੋਂ ਆਪਾਂ ਸਾਰੇ ਇਕੱਠੇ ਆਪਾਂ ਕਹਿੰਦੇ ਇਕੱਠੇ ਆ ਤੇ ਉਹ ਜੇ ਏਰੀਏ ਨੂੰ ਕਹਿ ਦਈਏ ਵੀ ਇਹ ਤਾਂ ਫਲੱਡਡ ਏਰੀਆ ਜੀ ਤਾਂ ਉਹਨਾਂ ਦਾ ਨੁਕਸਾਨ ਬੜੇ ਮੁੱਦਤਾਂ ਤੋਂ ਚੱਲਦੇ ਆ ਤੇ ਉਦੋਂ ਤਾਂ ਕਿਸੇ ਨੇ ਕੋਈ ਸੋਚਦਾ ਨਹੀਂ ਵੀ ਇਹ ਭੁੱਖੇ ਮਰ ਰਹੇ ਆ ਤੇ ਇਹਨਾਂ ਨੂੰ ਮੁਆਵਜ਼ਾ ਵੱਧ ਦੇ ਦਈਏ ਜਾਂ ਹੋਰ ਦੇ ਦਈਏ। ਤੇ ਇਸ ਲਈ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਸਾਰਿਆਂ ਦੇ ਸਾਹਮਣੇ, ਸਰਕਾਰ ਸਾਹਮਣੇ ਵੀ ਤੇ ਦੁਨੀਆ ਜਿਹੜੀ ਮੈਨੂੰ ਸੁਣ ਰਹੀ ਆ ਉਹਨਾਂ ਸਾਹਮਣੇ ਵੀ ਸਾਡੇ ਲਈ ਅਰਦਾਸ ਕਰਿਓ ਕਿ ਪੰਜਾਬ ਦੀ ਮੇਰੇ ਹਿਸਾਬ ਨਾਲ ਸਭ ਤੋਂ ਮਾੜੀ ਜ਼ਮੀਨ ਵੀ 25 ਲੱਖ ਤੋਂ ਘੱਟ ਨਹੀਂ। ਉਦੋਂ ਉੱਪਰਲਾ ਜਿਹੜਾ ਹੈਗਾ ਉਹ ਤਾਂ ਹੋ ਸਕਦਾ ਪਰ ਮੈਂ ਤਾਂ ਕਿਤੇ ਦੇਖੀ ਨਹੀਂ ਤੇ ਜੇ ਕਿਤੇ ਕਿਸੇ ਨੇ ਦੇਖੀ ਹੋਵੇ ਤਾਂ ਮੈਨੂੰ ਦੱਸ ਦੇਣ। ਉਦੋਂ ਬਾਅਦ ਸਾਡਾ ਜਿਹੜਾ ਉੱਤੇ ਮਲਟੀਪਲਾਈ ਫੈਕਟਰ ਲੱਗਦਾ, ਉਦੋਂ ਬਾਅਦ ਸਾਡੇ ਸਲੇਸ਼ੀਅਮ, ਸਾਡੇ ਪੱਤੇ ਉਹ ਸਾਨੂੰ ਸਾਡੇ ਪ੍ਰੋਪਰ ਦੇਣ। ਪਰ ਸਰਕਾਰ ਕੀ ਕਰਦੀ ਹੈ? ਸਰਕਾਰ ਜਦੋਂ ਰੇਟ ਤੇ ਆਉਂਦੀ ਹੈ ਉਹਦੀ ਗੱਲ ਤਾਂ ਕਰਦੀ ਨਹੀਂ, ਸਾਨੂੰ ਇਹ ਕਹਿੰਦੇ ਤੁਹਾਨੂੰ ਇੰਨੇ ਦੇ ਰਹੇ ਆ। ਇਹ ਤਾਂ ਕੋਈ ਆਨਸਰ ਨਹੀਂ ਬਣਦਾ। ਕਿਵੇਂ ਦੇ ਰਹੇ ਹੋ? ਸਾਡੀ ਜ਼ਮੀਨ ਦਾ ਅਸੀਂ ਕਹਿੰਦੇ ਛੱਡ ਦਿਓ, ਬਾਕੀ ਗੱਲਾਂ ਸਾਰੀਆਂ ਤੁਹਾਡੀਆਂ ਜਾਇਜ਼ ਹੈ। ਮੈਂ ਨਹੀਂ ਕਹਿੰਦਾ ਕਿ ਸਾਰੀਆਂ ਗੱਲਾਂ ਉਹਨਾਂ ਦੇ ਨਜਾਇਜ਼ ਹੈ। ਮੈਂ ਕਹਿੰਦਾ ਕਿ ਜਿਹੜਾ ਸਾਡੀ ਜ਼ਮੀਨ ਹੈ ਉਹਦਾ ਮਾਰਕੀਟ ਰੇਟ ਕੀ ਹੈ, ਜਦੋਂ ਮੈਂ ਗੱਲ ਕਰਦਾ ਉਹਦੇ ਤੇ ਗੱਲ ਨਹੀਂ ਕਰਦੇ। ਉਹ ਕਿਉਂ ਨਹੀਂ ਕਰਦੇ? ਕਿਉਂਕਿ ਇੱਥੇ ਹੀ ਘਪਲਾ ਹੈ। ਮੈਂ ਹੋਰ ਸਾਰੀਆਂ ਗੱਲਾਂ ਛੱਡਣ ਨੂੰ ਤਿਆਰ ਹਾਂ ਵੀ ਛੱਡ ਦਿਓ ਚਲੋ। ਤੇ ਜੇ ਤੁਹਾਨੂੰ ਹਿੱਸੇ ਪੈਂਦਾ ਚੈੱਕ ਦਿੱਤਾ ਜਾਂਦਾ, ਰਕਮ ਦਿੱਤੀ ਜਾਂਦੀ ਹੈ, ਫਿਰ ਸੈਟੀਸਫਾਈ ਹੋ? ਇਹਦੇ 'ਚ ਵੀ ਇੱਕ ਬਹੁਤ ਵੱਡੀ ਦਿੱਕਤ ਹੈ। ਆਉਣ ਵਾਲੇ ਸਮੇਂ 'ਚ ਇੱਕ ਇਤਿਹਾਸ ਲਿਖਿਆ ਜਾਊਗਾ। ਜਿਹੜੀ ਦਿੱਲੀ ਲੜਾਈ ਲੜੀ ਜਾਂਦੀ ਹੈ, ਇਤਿਹਾਸਕਾਰ ਲਿਖੀ ਜਾਂਦੇ ਆ, 100 ਪੰਨਿਆਂ ਦਾ ਇਤਿਹਾਸ ਹੋਊਗਾ ਉਹਦੇ ਵਿੱਚ ਇੱਕ 10 ਪੰਨੇ ਲੱਗਣਗੇ ਗੱਦਾਰਾਂ ਦੇ। ਦੇਖੋ ਜਦੋਂ ਸਾਡੇ ਬੱਚੇ ਸਾਨੂੰ ਪੁੱਛਣਗੇ ਅਸੀਂ ਉਹਨਾਂ ਨਾਲ ਅੱਖ ਨਾਲ ਅੱਖ ਨਹੀਂ ਮਿਲਾ ਸਕਦੇ। ਅਸੀਂ ਉਹ ਬੇਨਤੀ ਤਾਂ ਹੀ ਕਰ ਰਹੇ ਹਾਂ ਕਿ ਜਦੋਂ ਅਸੀਂ ਉਹ ਪੈਸੇ ਚੱਕ ਲਾਂਗੇ ਤਾਂ ਸਾਨੂੰ ਉਹ ਗੱਦਾਰਾਂ 'ਚ ਦਰਜ ਕੀਤਾ ਜਾਊਗਾ। ਸਾਡਾ ਕਸੂਰ ਕੋਈ ਨਹੀਂ, ਅਸੀਂ ਤਾਂ 4 ਮਹੀਨਿਆਂ ਦੇ ਲੜਦੇ ਆ ਵੀ ਉਸ ਤੋਂ ਬਾਅਦ ਫੈਸਲਾ ਕਰ ਲਿਓ। ਤੇ ਜੇ ਤੁਹਾਡੇ ਮੈਂਬਰ ਦਿੱਲੀ ਬੈਠੇ ਇੱਥੇ ਵਾਲੇ ਕੋਈ? ਸਾਡੇ ਨਲੋਠੀ ਬੈਠੇ ਆ
ਨਲੁੱਠੀ। ਅਸੀਂ ਉੱਥੇ ਜਿਵੇਂ ਉਹਨਾਂ ਦੀ ਗਿਣਤੀ ਸਾਡੇ 'ਚ ਅੱਜ 60-70 ਦੀ ਹੋਈ ਹੈ ਤੇ ਅਸੀਂ ਫਿਰ ਉਵੇਂ ਹੀ ਕਰਦੇ ਹਾਂ ਵੀ ਸਾਡੀ ਸ਼ਿਰਕਤ ਹੁੰਦੀ ਹੈ, ਪਰ ਜਿਹੜਾ ਉੱਥੇ ਲੋਕਲ ਹੁੰਦਾ ਹੈ, ਉੱਥੇ ਜ਼ਿਆਦਾ ਹੁੰਦੀ ਹੈ। ਤੇ ਸਾਨੂੰ ਜਿਹੜਾ ਭਰੋਸਾ ਕੀ ਹੁੰਦਾ ਹੈ ਕਿ ਜੇ ਕਿਤੇ ਕੋਈ ਸਰਕਾਰ ਸਾਡੇ ਨਾਲ ਧੱਕਾਸ਼ਾਹੀ ਕਰਦੀ ਹੈ, ਫਿਰ ਜਿੰਨੇ ਹੈਗੇ ਆ ਫਿਰ ਸਾਰੇ ਚੱਲਾਂਗੇ। ਜੇ ਤੁਹਾਡਾ ਮੀਟਿੰਗ 'ਚ ਕੋਈ ਫੈਸਲਾ ਨਹੀਂ ਹੁੰਦਾ, ਤੁਹਾਡੀ ਮੰਗ ਪੂਰੀ ਨਹੀਂ ਹੁੰਦੀ, ਅਗਲੀ ਰਣਨੀਤੀ ਕੀ ਹੈ? ਅਸੀਂ ਤਾਂ ਹੁਣ ਇੱਥੋਂ ਜਾਣਾ ਨਹੀਂ। ਜਿਹੜਾ ਸਾਡਾ ਪੱਕਾ ਧਰਨਾ ਹੈ, ਦੇਖੋ ਜਿਹੜਾ ਅਸੀਂ ਰੋਡ ਤੋਂ ਸਾਈਡ ਤੇ ਹੋਏ ਆ, ਇਹ ਕਿਸੇ ਪ੍ਰਸ਼ਾਸਨ ਦੀ ਜ਼ਬਰਦਸਤੀ ਕਰਕੇ ਨਹੀਂ ਹੋਏ। ਅਸੀਂ ਇਹ ਪਟਿਆਲੇ ਦੇ ਪਿਆਰ ਨੂੰ ਦੇਖ ਕੇ ਹੋਏ ਆ ਕਿ ਜਿਹੜਾ ਪ੍ਰਸ਼ਾਸਨ ਹੈ ਇਹਨੇ ਤਾਂ ਸਾਰਾ ਹਨੇਰਾ ਕੀਤਾ ਪਿਆ। ਤੁਸੀਂ ਜਿੱਥੇ ਸਾਡੀ ਅਸਲੀ ਜਗ੍ਹਾ ਉੱਥੇ ਤਾਂ ਟਰੈਕਟਰ ਟਰਾਲੀਆਂ ਵੀ ਨਹੀਂ ਦੇਖ ਸਕਦੇ। ਇੱਕ ਬੱਚੀ ਆ, ਉਹ ਸਾਨੂੰ ਜਨਰੇਟਰ ਦੇ ਕੇ ਗਈ ਆ, ਪ੍ਰੈਸ ਰਿਪੋਰਟਰ ਹੀ ਆ ਤੁਹਾਡੇ ਵਾਂਗੂ, ਕੱਲ ਰਿਪੋਰਟਿੰਗ ਕਰਨ ਆਈ ਸੀ, ਰੰਧਾਵਾ ਹੈ ਸ਼ਾਇਦ ਬੇਟੀ, A1 ਚੈਨਲ ਤੋਂ। ਤੇ ਪਰ ਜਿਹੜਾ ਕਹਿੰਦੇ ਜੇ ਕੋਈ ਸਾਡੇ ਤੇ ਸਾਡੀ ਜਿਹਨੂੰ ਅਸੀਂ ਭੈਣ ਕਹਿੰਦੇ ਨੇ ਸਾਡੇ ਤੇ ਆਸਾਨ ਕਰਦੇ, ਤੇ ਫਿਰ ਸਾਡਾ ਫਰਜ਼ ਹੁੰਦਾ ਵੀ ਉਹਦਾ ਆਸਾਨ ਲਾਉਣਾ ਚਾਹੀਦਾ। ਤੇ ਮੈਂ ਕਿਸੇ ਨੂੰ ਨਹੀਂ ਕਹੂੰਗਾ ਜਿੰਨੇ ਮੇਰੇ ਵੀਰ ਇੱਥੇ ਆ ਕਿ ਮੈਂ ਕੋਈ ਮਦਦ ਦੇ ਲਈ, ਪਰ ਮੇਰਾ ਉਹਦੇ ਨਾਲ ਅੱਜ ਇੱਕ ਵਾਅਦਾ ਹੋਇਆ ਕਿ ਜਿੱਦਣ ਇਹ ਸਾਡਾ ਰੌਲਾ ਮੁੱਕ ਗਿਆ ਤੇ ਸਭ ਤੋਂ ਪਹਿਲਾਂ ਉਹ ਕਿਰਾਏ ਤੇ ਰਹਿੰਦੀ ਹੈ, ਉਹਦਾ ਘਰ ਪਾ ਕੇ ਦੇਣਾ। ਜਿਹੜਾ ਉਹ ਆਸਾਨ ਹੈ, ਮੈਂ ਕਰਜ਼ ਮੰਨਦਾ ਕਿ ਯਾਰ ਕੁੜੀ, ਮੈਨੂੰ ਸ਼ਰਮ ਬਹੁਤ ਆਈ ਇਸ ਗੱਲ ਤੋਂ ਕਿ ਉਹ ਬੱਚੀ ਰਿਪੋਰਟਿੰਗ ਕਰਨ ਆਈ ਤੇ ਉਹ ਰਿਪੋਰਟਿੰਗ ਨਹੀਂ ਕਰਕੇ ਗਈ। ਰਿਪੋਰਟਿੰਗ ਬਹੁਤ ਹੋ ਰਹੀ ਹੈ ਸਾਡੇ ਕੋਲੇ, ਪਰ ਉਹ ਇੱਕ ਉਹਦੇ ਅੰਦਰ ਇੱਕ ਇਹੋ ਜਿਹੀ ਜੋਤ ਸੀ, ਉਹ ਦੇਖ ਕੇ ਕਹਿੰਦੀ ਮੈਂ ਠਹਿਰ ਕੇ ਆਉਣੀ ਹੈ। ਤੇ ਦੁਖਾਂਤ ਕੀ ਸੀ ਕੱਲ ਜਦੋਂ ਮੈਂ ਸਾਰਾ ਦ੍ਰਿਸ਼ ਦੇਖਿਆ ਵੀ ਹੋਇਆ ਕੀ ਹੈ। ਉਹ ਬੇਟੀ ਸਾਡੀ ਬੰਦ ਦੇ ਦੌਰਾਨ, ਸਾਰਾ ਪੰਜਾਬ ਬੰਦ ਸੀਗਾ, ਦੇਖੋ ਬਹੁਤ ਵੱਡੀ ਗੱਲ ਹੈ, ਕਿਸੇ ਦੇ ਗੱਲ ਦਿਮਾਗ 'ਚ ਨਹੀਂ ਆਊਗੀ, ਸਾਰਾ ਪੰਜਾਬ ਬੰਦ ਹੈ। ਉਹ ਕਿਹੜੀਆਂ ਔਕੜਾਂ ਦੇ ਵਿੱਚ, ਉਹਦੇ ਅੰਦਰ ਕਿੰਨਾ ਕੁ ਦਰਦ ਹੋਊਗਾ, ਜਿਹੜੀ ਉਹ ਪਤਾ ਨਹੀਂ ਕਿਹਦੋਂ ਉਹਨੇ ਮਿਹਨਤ ਕੀਤੀ ਹੋਣੀ, ਤੇ ਕਿਹੜੀ ਦੁਕਾਨ ਖਿਲਾ ਕੇ ਉਹਨੇ ਪਹਿਲਾਂ ਜਨਰੇਟਰ ਚਲਾਇਆ, ਸਾਡੇ ਬਲਬ ਚਲਾਏ, ਅੱਜ ਮੱਛਰਾਂ ਕਰਕੇ ਬੰਦ ਅਸੀਂ ਕਰਤੇ ਹੁਣ। ਤੇ ਨਹੀਂ ਉਹਦਾ ਜਿਹੜਾ ਹੈਗਾ ਅਸੀਂ ਇਹ ਆਸਾਨ ਨਹੀਂ ਭੁੱਲ ਸਕਦੇ। ਤੇ ਉਹ ਜਿਹੜੀ ਬੇਟੀ ਹੈ, ਉਹਨੇ ਇੱਕ ਐਸੀ ਜੋਤ ਚਲਾਤੀ ਜਿਹੜੀ ਉਹ ਰੋਸ਼ਨੀ ਕੀਤੀ ਹੈ। ਤੇ ਜੇ ਮੇਰੀ ਕਿਤੇ ਆਵਾਜ਼ ਸੁਣਦੀ ਹੋਊ, ਕੋਈ ਵੀ ਮਾਂ ਕੋਈ ਡਿਸੀਜਨ ਲੈਣਾ ਚਾਹੁੰਦਾ ਹੋਊ ਜਾਂ ਬਾਪ, ਕਈ ਵਾਰੀ ਕੁੱਖ 'ਚ ਅਸੀਂ ਧੀਆਂ ਨੂੰ ਮਾਰ ਦਿੰਦੇ ਹਾਂ, ਨਾ ਮਾਰਿਓ, ਪਤਾ ਨਹੀਂ ਕਦੋਂ ਕਿੱਥੇ ਕੰਮ ਆ ਜਾਣਗੀਆਂ। ਜਿਹੜਾ ਕੰਮ ਬੰਦੇ ਨਹੀਂ ਕਰ ਸਕੇ ਉਹ ਬੇਟੀ ਕਰਕੇ ਚਲੀ ਗਈ। ਔਰ ਅੱਧੀ ਰਾਤ ਸਮਾਂ ਜਿਹੜਾ ਸੀਗਾ 9:30 ਵਜੇ। ਦੇਖੋ ਜੀ, ਜਿਹੜੀ ਇਹ ਆਪਣੀ ਕੈਪਟਨ ਦੀ ਸਰਕਾਰ ਹੈ, ਇਹ ਸੈਂਟਰ ਸਰਕਾਰ ਤੋਂ ਮੰਗ ਕੇ ਪ੍ਰੋਜੈਕਟ ਲੈ ਕੇ ਆਈ ਹੈ ਸੜਕਾਂ ਦੇ। ਐਕਸਪ੍ਰੈਸ ਵੇ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਬਣ ਰਹੇ, ਮੇਨ ਹੈਗਾ ਦਿੱਲੀ ਕਟੜਾ ਐਕਸਪ੍ਰੈਸ ਵੇ ਤੇ ਜਾਮਨਗਰ ਅੰਮ੍ਰਿਤਸਰ ਵੇ। ਇਹ ਪੰਜਾਬ ਦੇ ਵਿੱਚ ਬੜੀ ਵੱਡੀ ਤਰਾਸਦੀ, ਇੱਕ ਬੱਲੂਆਣੇ ਤੋਂ ਲੁਧਿਆਣਾ ਵਾਇਆ ਰੋਪੜ, ਹੋਰ ਬੜੇ ਇਹ ਜਿਹੜੇ ਨੇ ਆਪਣੇ ਬਾਈਪਾਸ ਤੇ ਸਟੇਟ ਹਾਈਵੇ ਜਿਹੜੀ ਆ ਸਰਕਾਰ ਬਣਾ ਰਹੀ ਹੈ। ਇਹਦੇ ਵਿੱਚ ਪੰਜਾਬ ਦਾ 25 ਤੋਂ 30 ਹਜ਼ਾਰ ਏਕੜ ਜਿਹੜਾ ਜ਼ਮੀਨ ਹੈ ਉਹ ਬਰਬਾਦ ਹੋ ਰਹੀ ਆ। ਤੇ ਕਿਸਾਨਾਂ ਦੀ ਬਰਬਾਦੀ ਇਹ ਪੰਜਾਬ ਦੀ ਸਰਕਾਰ ਹੈ ਜਿਹੜੀ ਮੋਦੀ ਦੇ ਨਾਲ ਰਲ ਕੇ ਅਡਾਨੀਆਂ ਬਾਨੀਆਂ ਦੀਆਂ ਕੰਪਨੀਆਂ ਨੂੰ ਮਹਿਜ ਮਿੱਟੀ ਦੇ ਭਾਅ, ਕੌਡੀਆਂ ਦੇ ਭਾਅ ਸਾਡੀ ਜ਼ਮੀਨ ਖੋਹ ਕੇ ਦੇ ਰਹੀ ਆ। ਤੇ ਅਸੀਂ ਅੱਜ ਦੁੱਖ ਦੇ ਮਾਰੇ 4 ਦਿਨਾਂ ਤੋਂ ਇੱਥੇ ਸੜਕਾਂ 'ਤੇ ਰੋ ਰਹੇ ਹਾਂ। ਤੇ ਇੱਥੇ ਹੀ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਅਸੀਂ ਰਾਤ ਜਿਹੜੀ ਉੱਥੇ ਆਪਣੇ ਪਸਿਆਣਾ ਚੌਂਕੀ ਦੇ ਕੋਲ ਉੱਥੇ ਰਾਤ ਕੱਟੀ। ਤੇ ਉਦੋਂ ਅਗਲੇ ਦਿਨ ਅਸੀਂ ਸਾਡੀ ਮੀਟਿੰਗ ਪ੍ਰੋਵਾਈਡ ਕਰਾਈ ਇਹਨਾਂ ਨੇ DC ਸਾਹਿਬ ਨਾਲ, ਤੇ ਪਰ DC ਸਾਹਿਬ ਨੇ ਕੋਈ ਵਧੀਆ ਗੱਲ ਸਾਡੇ ਨਾਲ ਨਹੀਂ ਕੀਤੀ। ਫਿਰ ਅਸੀਂ ਅਕਰੋਸ਼ ਦੇ ਵਿੱਚ ਆ ਕੇ ਤੇ ਉੱਥੋਂ ਬੈਰੀਕੇਡ ਤੋੜ ਕੇ ਤੇ ਆਪਣੇ YPS ਚੌਂਕ ਦੇ ਵਿੱਚ ਆ ਗਏ। ਤੇ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਟਰਾਲੀਆਂ, ਜਿਵੇਂ ਸਿੰਘੂ ਬਾਰਡਰ ਤੇ ਤੁਸੀਂ ਗਏ ਹੋਵੋਗੇ, ਟਿਕਰੀ ਬਾਰਡਰ ਤੇ ਗਏ ਹੋਵੋਗੇ, ਗਾਜੀਪੁਰ ਬਾਰਡਰ ਤੇ ਗਏ ਹੋਵੋਗੇ, ਉਸੇ ਤਰ੍ਹਾਂ ਦੀ ਤਿਆਰੀ ਕਰਕੇ ਅਸੀਂ ਇਸ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਉਹਦੀਆਂ ਅੱਖਾਂ ਖੋਲ੍ਹਣ ਵਾਸਤੇ ਅਸੀਂ ਇੱਥੇ ਮੋਰਚਾ ਲਾ ਕੇ ਬੈਠੇ ਹਾਂ। ਜੀ ਦੱਸੋ, ਤੁਸੀਂ ਇੱਕ ਪਾਸੇ ਮੰਨਦੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ, ਦੂਜੇ ਪਾਸੇ ਕਹਿੰਦੇ ਨਹੀਂ, ਇਹ ਦੋ ਜਵਾਬ। ਦੇਖੋ, ਪਿਛਲੀ ਗਵਰਨਮੈਂਟ ਨੇ ਵੀ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਅਕਵਾਇਰ ਕੀਤੀਆਂ ਨੇ, 3-4 ਤਾਂ ਮੇਰੇ ਖਿਆਲ ਉਹਨਾਂ ਨੇ ਥਰਮਲ ਪਲਾਂਟ ਇੱਥੇ ਪੰਜਾਬ ਦੇ ਵਿੱਚ ਲਾਏ ਨੇ। ਆਪਣੀਆਂ ਵੱਡੀਆਂ ਵੱਡੀਆਂ ਸਟੇਟ ਹਾਈਵੇ ਵੀ ਬਣਾਏ ਨੇ, ਸੈਂਟਰ ਦੇ ਹਾਈਵੇ ਵੀ ਬਣਾਏ। ਉਦੋਂ ਵੀ ਮੋਦੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ, 10 ਲਾ ਲਓ ਵੀ ਇਹ 7ਵਾਂ-8ਵਾਂ ਸਾਲ ਮੋਦੀ ਦਾ ਹੋ ਗਿਆ। ਉਦੋਂ ਫਰਕ ਇਹ ਸੀ ਕਿ ਉਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਮੂੰਹ ਮੰਗਵੇ ਪੈਸੇ ਜਿਹੜੇ ਨੇ ਮੋਦੀ ਤੋਂ ਲੈ ਕੇ
ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਆ। ਬਾਕੀ ਸਾਨੂੰ ਹੁਣ ਸਮਝ ਨਹੀਂ ਆ ਰਹੀ ਕਿ ਉਹੀ ਮੋਦੀ ਦੀ ਸਰਕਾਰ ਹੈ, ਬਾਕੀ ਇੱਥੇ ਪੰਜਾਬ ਦੇ ਵਿੱਚ ਸਰਕਾਰ ਬਦਲ ਗਈ। ਇਹ ਪਤਾ ਨਹੀਂ ਕਿਉਂ ਸਾਡੀਆਂ ਜ਼ਮੀਨਾਂ ਜਿਹੜੀਆਂ ਮਿੱਟੀ ਦੇ ਭਾਅ ਜਾਂ ਕੌਡੀਆਂ ਦੇ ਭਾਅ ਇਸ ਅਡਾਨੀ ਬਾਨੀ ਦੀਆਂ ਕੰਪਨੀਆਂ ਨੂੰ ਦੇਣਾ ਚਾਹੁੰਦੀ ਆ ਸਾਡੇ ਕੋਲ ਖੋਹ ਕੇ। ਬਾਕੀ 15-20 ਲੱਖ ਰੁਪਈਆ ਹੀ ਪਹਿਲਾਂ ਸਾਨੂੰ 15 ਤੋਂ 20 ਲੱਖ ਰੁਪਈਆ ਦੇ ਰਹੀ ਸੀ। ਬਾਕੀ ਹੁਣ ਸੰਘਰਸ਼ ਕਰਕੇ ਅਸੀਂ ਐਜੀਟੇਸ਼ਨ ਲੜਿਆ ਤੇ ਹੁਣ ਸਾਨੂੰ 50 ਤੋਂ 60 ਲੱਖ ਰੁਪਈਆ ਇਹ ਸਰਕਾਰ ਜਿਹੜੀ ਹੈ ਉਹ ਦੇਣ ਤੇ ਮੰਨੀ। ਬਾਕੀ ਹਵਾ ਚੱਲੀ ਆਪਾਂ ਤੀਰ ਹੀ ਕਹਿ ਸਕਦੇ ਹਾਂ। ਇਹਨਾਂ ਨੇ ਸਾਨੂੰ ਜਿਹੜਾ ਲਿਖਤੀ ਨਹੀਂ ਦਿੱਤਾ ਹਾਲੇ ਤੱਕ, ਉਸ ਵਾਸਤੇ ਅਸੀਂ ਇਹ ਜਿਹੜਾ ਸਾਨੂੰ ਸੰਘਰਸ਼ ਵਿੱਢਣਾ ਪਿਆ ਕਿ ਇੱਕ ਪਾਸੇ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਕੇ ਇਹਨਾਂ ਨੇ ਮੀਟਿੰਗਾਂ ਵਿੱਚੇ ਰੋਕਤੀਆਂ, ਫਿਰ ਸਾਨੂੰ ਇਹਨਾਂ ਦੀ ਜਿਹੜੀ ਨੀਅਤ ਦੇ ਵਿੱਚ ਖੋਟ ਲੱਗਾ ਤੇ ਫਿਰ ਸਾਨੂੰ ਇਹ ਇੱਥੇ ਪਟਿਆਲੇ ਤੇ ਅਟੈਕ ਕਰਨਾ ਪਿਆ। ਜਿਹੜੀ ਸਰਕਾਰ ਨੇ ਰੇਟ ਰੱਖਿਆ ਉਹ ਕਿੰਨਾ ਤੇ ਤੁਸੀਂ ਕਿੰਨੀ ਮੰਗ ਕਰਦੇ ਹੋ? ਅਸੀਂ ਜਿਵੇਂ ਪਹਿਲੀ ਸਰਕਾਰ ਨੇ 1.5 ਕਰੋੜ ਤੋਂ ਲੈ ਕੇ 6 ਕਰੋੜ ਤੱਕ ਪਰ ਏਕੜ ਪੰਜਾਬ ਦੇ ਵਿੱਚ ਇੱਕ ਕਿਸਾਨ ਨੂੰ ਦਿੱਤਾ, ਅਸੀਂ ਵੀ ਉਹੀ ਮੰਗ ਕਰ ਰਹੇ ਹਾਂ ਕਿਉਂਕਿ ਉਦੋਂ ਬਾਅਦ ਮਹਿੰਗਾਈ ਵਧੀ ਹੈ। ਡੀਜ਼ਲ ਦੇ ਰੇਟ ਦੇਖ ਲਓ 85-90 ਰੁਪਏ, ਪੈਟਰੋਲ ਦਾ ਰੇਟ 95-100 ਰੁਪਈਆ। ਹਰ ਇੱਕ ਜਿਹੜੀ ਖਾਣ ਰੋਜ਼ਮਰਾ ਦੀ ਜਿਹੜੀ ਤੁਸੀਂ ਜ਼ਿੰਦਗੀ ਜੀਂਦੇ ਹੋ ਦੇਖ ਲਓ, ਹਰ ਇੱਕ ਰੇਟ ਉਹਦਾ ਬਹੁਤ ਜ਼ਿਆਦਾ ਉੱਚਾ ਹੋ ਗਿਆ। ਇਹਨਾਂ ਦੀਆਂ ਮੰਤਰੀਆਂ ਦੀਆਂ ਮੁੱਖ ਮੰਤਰੀਆਂ ਦੀਆਂ ਜਿਹੜੇ ਸਰਕਾਰੀ ਭੱਤੇ ਸੀ ਉਹ ਦੇਖ ਲਓ 5 ਤੋਂ 710 ਗੁਣਾ ਵੱਧ ਗਏ। ਤੇ ਸਾਨੂੰ ਸਮਝ ਨਹੀਂ ਆ ਰਹੀ ਵੀ ਸਾਡੀ ਜ਼ਮੀਨ ਜਿਹੜੀ ਆ ਉਹ ਕਿਸ ਹਿਸਾਬ ਨਾਲ ਮੁੱਲ ਪਾ ਰਹੇ ਨੇ। ਪਰ ਜਗਜੀਤ ਜੀ ਜਿਹੜਾ ਤੁਸੀਂ 15-16 ਆਖੋ ਡੀਸੀ ਰੇਟ ਹੈ ਹਮੇਸ਼ਾ ਹੀ ਹੁੰਦਾ, ਉਹ ਤੋਂ ਵੱਧ 3 ਗੁਣਾ ਜ਼ਿਆਦਾ ਰੇਟ ਫਿਕਸ ਹੁੰਦਾ। ਐਸਵਾਈਐਲ 'ਚ ਵੀ ਦਿੱਤਾ ਗਿਆ, ਜਿਹੜੇ ਥਰਮਲ ਪਲਾਂਟ ਦਾ ਜ਼ਿਕਰ ਕਰ ਰਹੇ ਉਹਨਾਂ 'ਚ ਵੀ ਦਿੱਤਾ ਗਿਆ। ਹੋ ਸਕਦਾ ਸਰਕਾਰ ਤੁਹਾਨੂੰ ਵੀ ਦੇਵੇ, ਅੱਗੇ ਸਰਕਾਰ ਨਹੀਂ ਦਿੰਦੀ, ਤੁਸੀਂ ਕੀ ਕਰੋਗੇ? ਦੇਖੋ ਜੀ ਡੀਸੀ ਰੇਟ ਤਾਂ ਉਹ ਤਾਂ ਅਸੀਂ ਰੋਣਾ ਰੋ ਰਹੇ ਆ। ਡੀਸੀ ਰੇਟ ਤਾਂ 6,75,000 ਰੁਪਈਆ ਸਾਡੇ ਇੱਥੇ, ਜਿਹੜਾ ਇਹਨਾਂ ਨੇ ਪਹਿਲਾਂ 11 ਲੱਖ ਰੁਪਈਆ ਸਾਡੀ ਜ਼ਮੀਨ ਦਾ ਡੀਸੀ ਰੇਟ ਸੀ। ਇਹਨਾਂ ਨੂੰ ਪਤਾ ਲੱਗ ਗਿਆ, ਕਮਿਟਮੈਂਟ ਕਰਕੇ ਆਏ ਸੈਂਟਰ ਸਰਕਾਰ ਨਾਲ ਕਿ ਅਸੀਂ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਜ਼ਮੀਨਾਂ ਪ੍ਰੋਵਾਈਡ ਕਰਾਵਾਂਗੇ, ਕਿਸਾਨਾਂ ਤੋਂ ਲੈ ਕੇ ਦੇਵਾਂਗੇ। ਇਹਨਾਂ ਨੇ ਵੇਖੋ ਰੇਟ ਵਾਧੇ ਹੁੰਦੇ ਕਿ ਘਟਦੇ ਹੁੰਦੇ ਆ। ਇਹਨਾਂ ਨੇ ਰੇਟ ਘਟਾਤੇ 11 ਲੱਖ ਤੋਂ ਸਿੱਧਾ 675 ਤੇ ਲੈ ਆਏ। ਪਹਿਲਾਂ 11 ਲੱਖ ਜਦੋਂ ਦਾ ਰੇਟ ਸੀਗਾ ਡੀਸੀ ਰੇਟ, ਉਦੋਂ ਵੀ ਸਾਡਾ 60 ਤੋਂ 65,000 70,000 ਰੁਪਈਆ ਜੇ ਇੱਕ ਏਕੜ ਕੋਈ ਖਰੀਦਦਾ ਸੀ ਤਾਂ ਵੀ ਉਦੋਂ ਇੰਨੇ ਪੈਸੇ ਲੱਗਦੇ ਸੀ। ਤੇ ਜੇ ਇਹਨਾਂ ਨੇ 675 ਕੀਤਾ ਤੇ ਉਦੋਂ ਵੀ ਸਾਡਾ ਉਹੀ 70 ਤੋਂ 75,000 ਰੁਪਈਆ ਖਰਚਾ ਆ ਰਿਹਾ, ਕਿਉਂਕਿ ਇਹਨਾਂ ਨੇ ਰੇਟ ਘਟਾ ਕੇ ਤੇ ਸਟਾਂਪ ਡਿਊਟੀ ਵਧਾਤੀ। ਕਿਉਂਕਿ ਸਰਕਾਰ ਜਿਹੜੇ ਅਫਸਰ ਬੈਠੇ ਆ ਬੜੇ ਚਾਤਰ ਨੇ ਹੁੰਦੇ ਆ, ਕਿਉਂਕਿ ਇਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਜਿਹੜੀ ਸਾਡੀ ਮੁੱਠ ਕਿਵੇਂ ਗਰਮ ਹੋਵੇ। ਜੇ ਸਰਕਾਰ ਰੇਟ ਨਹੀਂ ਬਣਾਦੀ ਤੁਸੀਂ ਅਗਲਾ ਸਟੈਪ ਕੀ ਹੈ ਤੁਹਾਡਾ? ਸਾਡਾ ਵੇਖੋ ਜੀ ਸਟੈਪ ਸਪਸ਼ਟ ਆ, ਅਸੀਂ ਕੋਈ ਚੋਰੀ ਨਹੀਂ ਕਹਿੰਦੇ। ਸਾਡਾ ਤਾਂ ਅਸੀਂ ਵੇਖੋ ਇਸ ਪਟਿਆਲੇ ਨੂੰ ਹੀ ਸਿੰਘੂ ਤੇ ਟਿਕਰੀ ਬਾਰਡਰ ਹੈ ਜਿਹੜਾ ਉਹ ਬਣਾਵਾਂਗੇ ਤੇ ਆਪਣੇ ਹੱਕ ਜਿੰਨੇ ਚਿਰ ਤੱਕ ਮੋਦੀ ਤਾਂ ਸਾਨੂੰ ਦੇ ਨਹੀਂ ਰਿਹਾ। ਪਹਿਲੀ ਮੰਗ ਤਾਂ ਸਾਡੀ ਇਹ ਆ ਕਿ ਜਿੰਨਾ ਚਿਰ ਤੱਕ 3 ਕਾਲੇ ਕਾਨੂੰਨ ਜਿਹੜੇ ਉਹ ਸਰਕਾਰ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਤੱਕ ਜਿਹੜੀ ਕੈਪਟਨ ਸਰਕਾਰ ਹੈ ਜਿਹੜੀ ਕਹਿੰਦੀ ਮੈਂ ਕਿਸਾਨਾਂ ਦੇ ਨਾਲ ਖੜੀ ਆ, ਤੇ ਸਾਨੂੰ ਬੜੀ ਸੇਮ ਜਿਹਨੂੰ ਕਿ ਸ਼ਰਮ ਕਹਿ ਰਹੇ ਆਪਾਂ, ਸਾਨੂੰ ਆ ਰਹੀ ਆ ਕਿ ਜਦੋਂ ਅਸੀਂ ਦਿੱਲੀ ਜਾਂਦੇ ਆ ਤੇ ਉਹ ਵੱਡੇ ਪੱਥਰ ਖੱਟਰ ਸਰਕਾਰ ਤੇ ਦਿੱਲੀ ਦੀ ਸਰਕਾਰ ਦੇ ਕਹਿ ਕੇ ਖੱਟਰ ਵੱਡੇ ਟੋਏ ਸਾਡੇ ਅੱਗੇ ਪੁੱਟਦਾ ਤੇ ਇਹ ਸਰਕਾਰ ਨੂੰ ਜ਼ਮੀਨਾਂ ਦੇ ਰਹੀ ਹੈ ਸਾਡੀਆਂ। ਇਹ ਜੇ ਤੁਸੀਂ ਸੈਂਟਰ ਤੋਂ ਕਹਿ ਰਹੇ ਆ, ਹਰਿਆਣਾ ਜਿਹੜੀਆਂ ਹੋਰ ਰਾਜ ਆਉਂਦੇ ਆ ਉਹ ਵੀ ਵਿੱਚ ਆ ਕਿਸਾਨ? ਬਿਲਕੁਲ ਜੀ, ਉਹ ਵੀ ਵਿੱਚ ਨੇ। ਉਹਨਾਂ ਨੂੰ ਵੇਖੋ ਹਰਿਆਣੇ ਦੇ ਵਿੱਚ ਇਹੀ ਸੜਕ ਹਰਿਆਣੇ ਚੋਂ ਨਿਕਲ ਕੇ ਸੜਕਾਂ ਆ ਰਹੀਆਂ ਨੇ ਅੱਗੇ, ਕਿਹੜੀਆਂ ਵੀ ਉੱਤੋਂ ਦੀ ਆ ਨਹੀਂ ਰਹੀਆਂ, ਰਾਜਸਥਾਨ ਦੇ ਵਿੱਚੋਂ ਆ ਰਹੀਆਂ। ਰਾਜਸਥਾਨ 'ਚ ਵੀ ਬਹੁਤ ਬੁਰਾ ਹਾਲ ਆ। ਹਰਿਆਣੇ ਸਰਕਾਰ ਨੇ ਲੋਕਾਂ ਨੂੰ 1.5 2 ਕਰੋੜ ਰੁਪਈਆ ਸਰਕਾਰ ਉਹ ਦੇ ਰਹੀ ਆ, ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਆ, ਉੱਥੇ ਸੈਂਟਰ ਦੀ ਸਰਕਾਰ ਦੇ ਨਾਲ ਉਹਨਾਂ ਦਾ ਮੱਤ ਰਲਦਾ। ਪਤਾ ਨਹੀਂ ਕੈਪਟਨ ਸਾਹਿਬ ਦਾ ਕੀ ਰਵੱਈਆ ਸਾਡੇ ਖਿਲਾਫ, ਪਤਾ ਨਹੀਂ ਕਿਉਂ ਕਿਹੜਾ ਬਦਲਾ ਸਾਡੇ ਕਿਸਾਨਾਂ ਤੋਂ ਲੈਣਾ ਚਾਹੁੰਦੇ ਨੇ, ਇਹ ਸਾਨੂੰ ਸਮਝ ਨਹੀਂ ਆ ਰਹੀ।